ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਚਿੱਤਰ ਨਾਟਕ ਦੇ ਸੰਬੰਧ ਵਿੱਚ ਜੋ ਵਿਚਾਰ ਲੜੀ ਚੱਲ ਰਹੀ ਹੈ, ਪਿਛਲੀ ਵੀਡੀਓ ਵਿੱਚ ਅਸੀਂ ਵਿਚਾਰ ਕੀਤੀ ਸੀ ਕਿ ਕਿਵੇਂ ਇਹ ਲਿਖਾਰੀ ਅਕਾਲ ਉਸਤਤ ਨਾਂ ਦੀ ਰਚਨਾ ਵਿੱਚ ਦੇਵੀ ਦੀ ਉਸਤਤ ਕਰ ਰਿਹਾ ਹੈ। ਤਰੀਕਾ ਬਹੁਤ ਹੀ ਜੋ ਖਾਸ ਅਪਣਾਉਂਦਾ ਹੈ ਉਹ ਇਹ ਹੈ ਕਿ ਪਹਿਲੇ ਸ਼ੰਤ ਜਿਹੜੇ ਨੇ 210 ਤੱਕ ਉਹ ਗੁਰਮਤ ਨਾਲ ਰਲਦੇ ਮਿਲਦੇ, ਅਤੇ ਉਸ ਤੋਂ ਅਗਲੇ 20 ਸ਼ੰਤ ਜਿਹੜੇ ਆ ਉਹ ਦੇਵੀ ਦੀ ਪੂਜਾ, ਦੇਵੀ ਦੀ ਜੈ ਜੈਕਾਰ, ਅਤੇ ਉਸ ਤੋਂ ਅੱਗੇ ਜਿਹੜੀ ਹੈ ਫਿਰ ਜੋ ਹੈ ਗੁਰਮਤ ਨਾਲ ਰਲਦੇ ਮਿਲਦੇ ਸ਼ੰਤ ਲਿਖੇ ਨੇ। ਭਾਵ ਸ਼ਹਿਦ, ਜ਼ਹਿਰ, ਸ਼ਹਿਦ ਇਹ ਮਿਲਾ ਕੇ ਪੇਸ਼ ਕਰ ਰਿਹਾ। ਅੱਜ ਜਿਹੜੀ ਅਸੀਂ ਰਚਨਾ ਦੀ ਗੱਲ ਕਰਨ ਜਾ ਰਹੇ ਹਾਂ ਇਹ ਹੈ ਸ਼੍ਰੀ ਅਕਾਲ ਜੀ ਕੀ ਉਸਤਤ। ਇਸ ਦੇ ਵੀ 101 ਸ਼ੰਤ ਹਨ। ਇਸ ਦੇ 101 ਸ਼ੰਤਾਂ ਵਿੱਚ ਪਹਿਲੇ ਕੁਝ ਸ਼ੰਤਾਂ ਵਿੱਚ ਤਾਂ ਇੰਝ ਲੱਗਦਾ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਵਿਚਾਰ ਕਰ ਰਿਹਾ, ਉਹਦੇ ਵਿੱਚ ਵੀ ਰਲਿਆ ਮਿਲਿਆ। ਪਰ ਉਸ ਤੋਂ ਬਾਅਦ ਦੇ ਵਿੱਚ ਸ਼ੰਤ ਨੰਬਰ 18 ਤੋਂ ਲੈ ਕੇ ਸ਼ੰਤ ਨੰਬਰ 60 ਤੱਕ ਫਿਰ ਉਹੀ ਜ਼ਹਿਰ ਦੇਣ ਵਾਲੀ ਗੱਲ ਕੀਤੀ ਹੋਈ ਹੈ, ਅਤੇ 61 ਨੰਬਰ ਤੋਂ ਲੈ ਕੇ 101 ਤੱਕ ਫਿਰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਰਲਿਆ ਮਿਲਿਆ ਜਿਹੜਾ ਇਹ ਲਿਖਦਾ ਹੈ। ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ। ਪਤਾ ਨਹੀਂ ਕਿਉਂ ਸਾਡੇ ਸਿੱਖ ਹਰ ਚੀਜ਼ ਗੁਰੂ ਸਾਹਿਬ ਦੇ ਨਾਂ 'ਤੇ ਮੜ ਕੇ ਉਹਨਾਂ ਦੀ ਹੇਠੀ ਕਰਨੀ ਚਾਹੁੰਦੇ ਹਨ। ਮੈਂ ਤੁਹਾਨੂੰ ਦੱਸ ਦੇਵਾਂ ਕਿ ਜੋ ਕੁਝ ਵੀ ਲਿਖਿਆ ਗਿਆ ਹੈ ਅਗਰ ਉਹ ਸੱਚ ਹੈ ਤਾਂ ਫਿਰ ਇੰਝ ਤੁਹਾਨੂੰ ਮਹਿਸੂਸ ਹੋਏਗਾ ਕਿ ਗੁਰੂ ਸਾਹਿਬ ਦਾ ਜੋ ਵਿਚਾਰ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਗੁਰੂ ਨਾਨਕ ਪਾਤਸ਼ਾਹ ਨਾਲੋਂ ਅਲੱਗ ਹੈ। ਆਓ ਅਸੀਂ ਜਾਣਦੇ ਹਾਂ ਕਿ ਸ਼੍ਰੀ ਅਕਾਲ ਜੀ ਦੀ ਉਸਤਤ ਵਿੱਚ ਕੀ ਲਿਖਿਆ ਹੋਇਆ ਹੈ। ਛੰਦ ਨੰਬਰ 18 'ਤੇ ਲਿਖਿਆ ਹੈ, ਕਾਲ ਦੇ ਖੱਬੇ ਹੱਥ ਵਿੱਚ ਧਨੁਸ਼ ਅਤੇ ਸੱਜੇ ਹੱਥ ਵਿੱਚ ਤਲਵਾਰ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕਿਸੇ ਬੰਦੇ ਦੇ ਦੋ ਹੱਥ ਹੋਣ, ਇੱਕ ਹੱਥ ਵਿੱਚ ਤਲਵਾਰ ਫੜ ਲੈ, ਇੱਕ ਹੱਥ ਵਿੱਚ ਧਨੁਸ਼। ਹੁਣ ਧਨੁਸ਼ ਨੂੰ ਚਲਾਉਣਾ ਇੱਕ ਹੱਥ ਨਾਲ ਕਿਵੇਂ ਚਲਾਏਗਾ? ਤਲਵਾਰ ਮਿਆਨ ਵਿੱਚ ਪਾਉਣੀ ਪਏਗੀ। ਭਾਵ ਕਵਿਤਾ ਲਿਖਣੀ ਹੈ ਕਿਸੇ ਲੋਰ ਵਿੱਚ ਵੀ ਲਿਖ ਦਿਓ। ਜਦੋਂ ਤਲਵਾਰ ਚਲਾਉਂਦੇ ਨੇ ਉਦੋਂ ਢਾਲ ਇੱਕ ਹੱਥ ਵਿੱਚ ਹੁੰਦੀ ਹੈ। ਮੰਨ ਲਓ ਤਲਵਾਰ ਤਾਂ ਫਿਰ ਵੀ ਬਿਨਾਂ ਢਾਲ ਤੋਂ ਕੋਹ ਵਿੱਚ ਚਲਾ ਰਹੇ ਸੀ, ਪਰ ਜਿਹੜਾ ਤੀਰ ਕਮਾਨ ਹੈ, ਧਨੁਸ਼ ਹੈ, ਉਸ ਨੂੰ ਇੱਕ ਹੱਥ ਨਾਲ ਕਿਵੇਂ ਚਲਾਉਣਗੇ? ਲਿਖ ਦਿੱਤਾ, ਕਿਉਂਕਿ ਅਸੀਂ ਆਪਣੇ ਦਿਮਾਗ ਦਾ ਦਰਵਾਜ਼ਾ ਤੇ ਬੰਦ ਕੀਤਾ ਹੋਇਆ। ਧਰਮ ਦੇ ਨਾਂ 'ਤੇ ਸਾਨੂੰ ਜੋ ਕੁਝ ਮਰਜ਼ੀ ਪੜ੍ਹਾਇਆ ਜਾ ਰਿਹਾ। ਫਿਰ ਛੰਦ ਨੰਬਰ 19 ਦੇ ਵਿੱਚ ਕੀ ਲਿਖਦੇ ਨੇ ਕਿ ਉਹ ਜਿਹੜਾ ਰੱਬ ਹੈ ਨਾ ਉਹ ਬਹੁਤ ਹੱਸਦਾ, ਹਾ ਹਾ ਹੂ 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 ਕਰਕੇ ਹੱਸਦਾ, ਡੋਰੂ ਡਮ ਡਮ ਕਰਕੇ ਵੱਜ ਰਿਹਾ ਹੈ। ਅੱਗੇ ਅਸੀਂ ਡਿਟੇਲ ਦੇ ਵਿੱਚ ਪੜ੍ਹਾਂਗੇ। ਉਸ ਪੜ੍ਹਨ ਤੋਂ ਪਹਿਲਾਂ ਅਸੀਂ ਇਹ ਜਾਣਨਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਰੱਬ ਦਾ ਵਜੂਦ ਕਿਹੋ ਜਿਹਾ ਹੈ। ਉਹ ਸੁਪਰ ਪਾਵਰ, ਉਹ ਵਾਹਿਦ ਹਸਤੀ, ਉਹ ਸ਼ਕਤੀ, ਉਹ ਨਿਯਮ, ਉਹ ਕਾਨੂੰਨ, ਉਹ ਜਿਹੜਾ ਕੁਦਰਤ ਕਰਕੇ ਵਸਿਆ ਸੋਏ ਹੈ, ਜਿਸ ਨੂੰ ਅਸੀਂ ਰੱਬ ਕਹਿੰਦੇ ਹਾਂ, ਇੱਕ ਸ਼ਕਤੀ ਕਹਿੰਦੇ ਹਾਂ, ਉਹ ਕਿਹੋ ਜਿਹਾ? ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ
ਗੁਰ ਪ੍ਰਸਾਦ, ਇਹਦੇ ਅਰਥ ਨੇ ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ਹੋਂਦ ਵਾਲਾ ਹੈ, ਸਤ ਨਾਮ ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿੱਚ ਵਿਆਪਕ ਹੈ, ਪੈ ਤੋਂ ਰਹਿਤ ਹੈ। ਇਹ ਜਿਹੜਾ ਰੱਬ ਗੁਰੂ ਨਾਨਕ ਪਾਤਸ਼ਾਹ ਵਾਲਾ ਹੈ, ਗੁਰੂ ਗ੍ਰੰਥ ਸਾਹਿਬ ਜੀ ਵਾਲਾ, ਇਹ ਡਰਦਾ ਨਹੀਂ, ਇਹ ਭੈ ਤੋਂ ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ। ਭੈ ਤੋਂ ਰਹਿਤ ਤੋਂ ਬਾਅਦ ਹੈ ਵੈਰ ਰਹਿਤ ਹੈ, ਵੈਰ ਵੀ ਨਹੀਂ ਕਰਦਾ, ਇਸ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ। ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, ਭਾਵ ਇਸ ਨੂੰ ਮੌਤ ਨਹੀਂ ਆਉਂਦੀ, ਜੋ ਜੂਨਾਂ ਵਿੱਚ ਨਹੀਂ ਆਉਂਦਾ। ਰੱਬ ਜਿਹੜਾ ਮਾਂ ਦੀ ਗਰਭ ਜੋਨ ਵਿੱਚੋਂ ਪੈਦਾ ਨਹੀਂ ਹੁੰਦਾ, ਜਾਂ ਦੂਜੇ ਲਫ਼ਜ਼ਾਂ ਵਿੱਚ ਕਹਿਣਾ ਹੋਵੇ, ਰੱਬ ਕੋਈ ਵਿਅਕਤੀ ਨਹੀਂ ਹੈ, ਰੱਬ ਇੱਕ ਸ਼ਕਤੀ ਹੈ, ਰੱਬ ਇੱਕ ਪਾਵਰ ਹੈ, ਰੱਬ ਇੱਕ ਕਾਨੂੰਨ ਹੈ, ਰੱਬ ਇੱਕ ਹੁਕਮ ਹੈ, ਰੱਬ ਇੱਕ ਭਾਣਾ ਹੈ, ਰੱਬ ਇੱਕ ਰਜ਼ਾ ਹੈ। ਉਹੀ ਹੁਕਮ, ਉਹੀ ਭਾਣਾ, ਉਹੀ ਰਜ਼ਾ ਜਦੋਂ ਗੁਰੂ ਨਾਨਕ ਪਾਤਸ਼ਾਹ ਜਪਜੀ ਸਾਹਿਬ ਵਿੱਚ ਕਹਿੰਦੇ ਹਨ, ਕਿਵ ਸਚਿਆਰੇ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਤਾਂ ਆਪ ਹੀ ਸਤਿਗੁਰੂ ਜਵਾਬ ਦਿੰਦੇ ਨੇ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਇਹ ਰੱਬ ਦੀ ਜੋ ਵਜੂਦ, ਰੱਬ ਦੀ ਜੋ ਪਰਿਭਾਸ਼ਾ, ਰੱਬ ਦੀ ਜੋ ਡੈਫੀਨੇਸ਼ਨ ਹੈ, ਉਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਿੱਤੀ ਹੋਈ ਹੈ, ਅਤੇ ਇਹ ਅਸੀਂ ਸਰਵਣ ਕੀਤੀ ਹੈ। ਆਓ ਹੁਣ ਹੋਰ ਇੱਕ ਖਾਸ ਗੁਣ ਰੱਬ ਦਾ ਅਸੀਂ ਸਰਵਣ ਕਰਦੇ ਹਾਂ। ਉਹ ਕਿਹੜਾ ਗੁਣ ਹੈ? ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਹੇ ਭਾਈ, ਮੇਰਾ ਮਾਲਕ ਪ੍ਰਭੂ ਮਿੱਠੇ ਬੋਲਣ ਵਾਲਾ ਪਿਆਰਾ ਮਿੱਤਰ ਹੈ। ਹੋਂ ਸੰਭਲ ਥਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਮੈਂ ਚੇਤੇ ਕਰ ਕਰਕੇ ਥੱਕ ਗਈ ਹਾਂ ਕਿ ਉਸ ਦਾ ਕਦੇ ਕੌੜਾ ਬੋਲਿਆ ਯਾਦ ਆ ਜਾਏ, ਪਰ ਉਹ ਕਦੇ ਵੀ ਕੌੜਾ ਬੋਲ ਨਹੀਂ ਬੋਲਦਾ। ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ, ਔਗਣ ਕੋ ਨਾ ਚਿਤਾਰੇ। ਹੇ ਭਾਈ, ਉਹ ਸਾਰੇ ਗੁਣਾਂ ਨਾਲ ਭਰਪੂਰ ਭਗਵਾਨ ਕੌੜਾ ਖੜਵਾ ਬੋਲਣਾ ਜਾਣਦਾ ਹੀ ਨਹੀਂ, ਕਿਉਂਕਿ ਉਹ ਸਾਡਾ ਕੋਈ ਵੀ ਔਗਣ ਚੇਤੇ ਹੀ ਨਹੀਂ ਰੱਖਦਾ। ਪਵਿੱਤ ਪਾਵਨ ਹਰ ਬਿਰਦ ਸਦਾਏ, ਇੱਕ ਤਿਲ ਨਹੀਂ ਭੰਨੇ ਕਾਲੇ। ਉਹ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਇਹ ਉਸ ਦਾ ਮੁੱਢ ਕਦੀਮਾਂ ਦਾ ਸੁਭਾਅ ਦੱਸਿਆ ਜਾਂਦਾ ਹੈ, ਅਤੇ ਉਹ ਕਿਸੇ ਦੀ ਵੀ ਕੀਤੀ ਘਾਲ ਕਮਾਈ ਨੂੰ ਰਤਾ ਭਰ ਵੀ ਵਿਅਰਥ ਨਹੀਂ ਜਾਣ ਦਿੰਦਾ। ਫਿਰ ਉਹ ਰਹਿੰਦਾ ਕਿੱਥੇ ਹੈ? ਉਸ ਦਾ ਨਿਵਾਸ ਕਿੱਥੇ ਹੈ? ਜੇ ਉਸ ਨੂੰ ਮਿਲਣਾ ਹੋਵੇ, ਉਹ ਰੱਬ ਕਿੱਥੇ ਹੈ? ਘਟ ਘਟ ਵਾਸੀ ਸਰਵ ਨਿਵਾਸੀ, ਨੇਰੇ ਹੀ ਤੇ ਨੇਰਾ। ਹੇ ਭਾਈ, ਮੇਰਾ ਸੱਜਣ ਹਰੇਕ ਸਰੀਰ ਵਿੱਚ ਵਸਦਾ ਹੈ, ਸਭ ਜੀਵਾਂ ਵਿੱਚ ਵਸਦਾ ਹੈ, ਹਰੇਕ ਜੀਵ ਦੇ ਅਤ ਨੇੜੇ ਵਸਦਾ ਹੈ। ਨਾਨਕ ਦਾਸ ਸਦਾ ਸਰਨਾਗਤ, ਹਰਿ ਅੰਮ੍ਰਿਤ ਸੱਜਣ ਮੇਰਾ। ਦਾਸ ਨਾਨਕ ਸਦਾ ਉਸ ਦੀ ਸ਼ਰਨ ਪਿਆ ਰਹਿੰਦਾ ਹੈ। ਹੇ ਭਾਈ, ਮੇਰਾ ਸੱਜਣ ਪ੍ਰਭੂ ਆਤਮਕ ਜੀਵਨ ਦੇਣ ਵਾਲਾ ਹੈ। ਇਹ ਹੈ ਗੁਰਮਤਿ ਦਾ ਰੱਬ, ਗੁਰਮਤਿ ਦੀ ਸ਼ਕਤੀ, ਗੁਰਮਤਿ ਦਾ ਹੁਕਮ। ਇਹੋ ਜਿਹਾ ਗੁਰੂ ਪਾਤਸ਼ਾਹ ਨੇ ਸਾਨੂੰ ਉਸ ਵਾਹਿਦ ਸ਼ਕਤੀ ਬਾਰੇ ਦੱਸਿਆ। ਆਓ ਹੁਣ ਅਸੀਂ ਇਸ ਗ੍ਰੰਥ ਵਿੱਚੋਂ ਸਮਝਦੇ ਹਾਂ ਕਿ ਇਸ ਦਾ ਰੱਬ ਕਿਹੋ ਜਿਹਾ। ਇੱਕ ਬੇਨਤੀ ਕਰ ਦੇਵਾਂ, ਇਸ ਲਿਖਾਰੀ ਨੇ ਰੱਬ ਨੂੰ ਅਕਾਲ ਕਿਹਾ, ਰੱਬ ਨੂੰ ਕਾਲ ਕਿਹਾ, ਰੱਬ ਨੂੰ ਅਨਕਾਲ ਕਿਹਾ,
ਔਰ ਇਹ ਸਾਰੇ ਨਾਂ ਮਹਾਕਾਲ ਦੇ ਹਨ। ਮਹਾਕਾਲ ਜਿਸ ਦੇ ਬਾਰੇ ਅਸੀਂ ਪਹਿਲਾਂ ਜਾਣ ਚੁੱਕੇ ਹਾਂ। ਇਸ ਲਿਖਾਰੀ ਦਾ ਰੱਬ ਉਹ ਮਹਾਕਾਲ ਕਿਹੋ ਜਿਹਾ ਹੈ? ਉਹ ਮਹਾਕਾਲ ਜੋ ਹੈ ਉਹ ਇੱਕ ਦੁਸ਼ਮਣੀ ਰੱਖਦਾ, ਉਹ ਵੈਰ ਰੱਖਦਾ, ਉਹ ਨਿਰਵੈਰ ਨਹੀਂ ਹੈ। ਉਸ ਦਾ ਝਗੜਾ ਸਵਾਸ ਵੀਰਜ ਨਾਲ ਹੈ। ਜਦੋਂ ਦੁੱਲਾ ਦੇਈ ਵਿਆਹ ਕਰਨਾ ਚਾਹੁੰਦੀ ਸੀ ਨਾ, ਜਦੋਂ ਮਾਤਾ ਦੁੱਲਾ ਦੇਈ ਵਿਆਹ ਕਰਨਾ ਚਾਹੁੰਦੀ ਸੀ ਨਾ, ਉਸਨੇ ਬੇਨਤੀ ਕੀਤੀ ਸੀ ਤਾਂ ਇਸ ਮਹਾਕਾਲ ਨੇ ਉਸ ਨੂੰ ਕਿਹਾ ਸੀ ਕਿ ਤੇਰੇ ਨਾਲ ਮੈਂ ਵਿਆਹ ਕਰ ਲਵਾਂਗਾ, ਪਰ ਉਦੋਂ ਕਰਾਂਗਾ ਜਦੋਂ ਸਵਾਸ ਵੀਰਜ ਮਾਰਿਆ ਜਾਏਗਾ। ਭਾਵ ਇਹ ਰੱਬ ਕੋਈ ਸਰੀਰਧਾਰੀ ਹੈ ਜਿਹੜਾ ਵਿਆਹ ਦੀ ਇੱਛਾ ਵੀ ਰੱਖਦਾ ਹੈ, ਔਰ ਇਸ ਦਾ ਵੈਰ ਵੀ ਹੈ ਸਵਾਸ ਵੀਰਜ ਨਾਲ। ਹੋਰ ਪਤਾ ਨਹੀਂ ਕਿੰਨਿਆਂ ਨਾ ਹੋਊ, ਪਰ ਇਹ ਤਾਂ ਲਿਖਿਆ ਹੋਇਆ। ਇਸ ਰੱਬ ਨੂੰ ਗੁੱਸਾ ਬਹੁਤ ਆਉਂਦਾ, ਬਹੁਤ ਗੁੱਸਾ ਆਉਂਦਾ, ਗੁੱਸੇ 'ਚ ਆ ਕੇ ਲੜਾਈ ਕਰਦਾ। ਇਸ ਰੱਬ ਨੂੰ ਹੰਕਾਰ ਵੀ ਬਹੁਤ ਹੈ। ਇਹ ਮਤਲਬ ਆਮ ਜਣੇ ਖਣੇ ਦੀ ਬੇਇੱਜ਼ਤੀ ਕਰਦਾ। ਜਦੋਂ ਦੁੱਲਾ ਦੇਈ ਨੇ ਬੇਨਤੀ ਕੀਤੀ ਸੀ ਨਾ ਮੇਰੀ ਮਦਦ ਕਰੋ, ਤਾਂ ਹਾ 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 ਹੂ 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 ਕਰਕੇ ਹੱਸਿਆ, ਮਖੌਲ ਉਡਾਇਆ ਉਹਦਾ। ਮਦਦ ਕੀਤੀ ਹੈ ਪਰ ਪਹਿਲਾਂ ਉਹਦੀ ਚੰਗੀ ਤੋਹੀਨ ਕੀਤੀ ਹੈ। ਫਿਰ ਇਸ ਰੱਬ ਨੂੰ ਪਸੀਨਾ ਵੀ ਆਉਂਦਾ। ਪਸੀਨਾ ਜਦੋਂ ਧਰਤੀ 'ਤੇ ਸੁੱਟਿਆ, ਉਹ ਤੋਂ ਬਲਵਾਨ ਯੋਧੇ ਪੈਦਾ ਹੋ ਗਏ, ਭੱਟਾਚਾਰੀਏ ਪੈਦਾ ਹੋ ਗਏ, ਉਹ 'ਚੋਂ ਢਾਡੀ ਪੈਦਾ ਹੋਏ। ਢਾਡੀ ਜਦੋਂ ਪੈਦਾ ਹੋਏ ਨਾ, ਪੈਦਾ ਹੁੰਦੇ ਹੀ ਉਹ ਮਹਾਕਾਲ ਦੀ ਉਸਤਤ ਕਰਨ ਲੱਗ ਗਏ। ਜਦੋਂ ਮਹਾਕਾਲ ਦੀ ਉਸਤਤ ਕੀਤੀ ਤਾਂ ਮਹਾਕਾਲ ਪੂਰਾ ਆਕੜ ਗਿਆ, ਹੰਕਾਰ ਵਿੱਚ ਆ ਗਿਆ, ਬੜਾ ਜੋਸ਼ ਵਿੱਚ ਆਇਆ, ਬਹੁਤ ਭਿਆਨਕ ਲੜਾਈ ਕੀਤੀ। ਭਾਵ ਇਹ ਰੱਬ ਜਿਹੜਾ ਉਸਤਤ ਦਾ ਭੁੱਖਾ ਹੈ, ਇਹਦੀ ਉਸਤਤ ਕਰੋ ਤਾਂ ਬਹੁਤ ਫੁੱਲ ਜਾਂਦਾ। ਜਿਵੇਂ ਆਮ ਹੋਛਾ ਜਿਹਾ ਬੰਦਾ ਉਹਦੀ ਉਸਤਤ ਕਰੋ ਤਾਂ ਉਹ ਆਕੜ ਜਾਂਦਾ, ਸਮਝਦਾ ਕਿ ਮੈਂ ਹੀ ਰੱਬ ਹਾਂ। ਇਵੇਂ ਇਹ ਰੱਬ ਵੀ ਆਕੜ ਜਾਂਦਾ, ਬੜਾ ਹੰਕਾਰ ਵਿੱਚ ਆਉਂਦਾ। ਤਾਂ ਫਿਰ ਹੰਕਾਰ ਵਿੱਚ ਆ ਕੇ ਆਕੜ 'ਚ ਆ ਕੇ ਇਹਨੂੰ ਬੜੀ ਤਕੜੀ ਲੜਾਈ ਕੀਤੀ। ਉਹ ਜਿਹੜਾ ਗੁਰੂ ਨਾਨਕ ਦਾ ਰੱਬ ਹੈ, ਉਹ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਵਾਲਾ, ਉਹਨੂੰ ਫਰਕ ਨਹੀਂ ਪੈਂਦਾ। ਉਹ ਆਪਸ ਵਿੱਚ ਸੰਪੂਰਨ ਹੈ, ਉਹ ਨਾ ਘਟਦਾ ਨਾ ਵੱਧਦਾ। ਪਰ ਇਸ ਰੱਬ ਨੂੰ ਹੰਕਾਰ ਹੁੰਦਾ। ਫਿਰ ਇਹ ਰੱਬ ਜਿਹੜਾ ਇਹ ਡਰਦਾ ਵੀ ਹੈ। ਜਦੋਂ ਰਾਖਸ਼ਾਂ ਦਾ ਪਲੜਾ ਭਾਰੀ ਹੋਇਆ, ਫਿਰ ਇਸ ਨੇ ਰੋਲ ਮਾਰਿਆ, ਫਿਰ ਇਸ ਨੇ ਆਪਣੀ ਰੱਬੀ ਤਾਕਤ ਦਿਖਾ ਕੇ ਬਿਮਾਰੀਆਂ ਪੈਦਾ ਕੀਤੀਆਂ, ਮਤਲਬ ਡਰ ਵੀ ਜਾਂਦਾ। ਫਿਰ ਇਹ ਰੱਬ ਜਿਹੜਾ ਨਾ ਕ੍ਰੋਧ ਬਹੁਤ ਕਰਦਾ, ਬਹੁਤ ਗੁੱਸਾ ਆਉਂਦਾ। ਜਦੋਂ ਇਹ ਕ੍ਰੋਧ ਕਰਦਾ, ਇਸ ਨੂੰ ਇਸ ਦਾ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ। ਜਦੋਂ ਅਸੀਂ ਦੇਖਿਆ ਨਾ, ਜਦੋਂ ਸਵਾਸ ਵੀਰਜ ਨਾਲ ਲੜਾਈ ਹੋ ਰਹੀ ਸੀ ਅਤੇ ਸਵਾਸ ਵੀਰਜ ਨੇ, ਜਦੋਂ ਇਸ ਨੇ ਸਵਾਸ ਵੀਰਜ ਦਾ ਗਲ ਵੱਢ ਦਿੱਤਾ, ਸਿਰ ਵੱਢ ਦਿੱਤਾ, ਅਲੱਗ ਕਰ ਦਿੱਤਾ ਧੜ ਨਾਲੋਂ। ਸਿਰ ਵੱਢਣ ਤੋਂ ਬਾਅਦ ਦੇ ਵਿੱਚ ਫਿਰ ਉਹਦੇ ਰੱਥ ਦੇ ਪਹੀਏ ਤੋੜਦਾ ਪਿਆ। ਫਿਰ ਉਹਦੇ ਘੋੜੇ 4 ਤੀਰ ਮਾਰ ਕੇ ਘੋੜੇ ਮਾਰ ਦਿੱਤੇ। ਇੰਨਾ ਗੁੱਸੇ ਵਿੱਚ ਦਿਮਾਗ ਨੇ ਕੰਮ ਕੀਤਾ ਕਿ ਜਿਹੜਾ ਰਾਖਸ਼ ਸੀ ਉਹ ਤਾਂ ਮਾਰਿਆ ਗਿਆ, ਹੁਣ ਇਹ ਕੀ ਕਰ ਲਊ, ਘੋੜੇ ਕੀ ਕਰ ਲੈਣਗੇ, ਰੱਥ ਕੀ ਕਰ ਲਊ, ਨਾ ਘੋੜਿਆਂ ਨੂੰ ਮਾਰ ਦਿੱਤਾ। ਫਿਰ ਹਾਲੇ ਵੀ ਬਸ ਨਹੀਂ ਹੋਈ। ਫਿਰ ਇੱਕ ਤੀਰ ਕੱਢ ਮਾਰਿਆ ਇਸ ਨੇ, ਸਵਾਸ ਵੀਰਜ ਦੇ ਮੱਥੇ ਵਿੱਚ ਤੀਰ ਮਾਰਤਾ। ਮੰਨ ਲਓ ਸਿਰ ਧੜ ਨਾਲੋਂ ਅਲੱਗ ਹੋਇਆ, ਉਹਦੇ ਮੱਥੇ 'ਚ ਫਿਰ ਤੀਰ ਮਾਰਤਾ। ਦੱਸੇ ਕੀ ਕਰੂ, ਹਾਲੇ ਵੀ ਸ਼ਾਂਤੀ ਨਹੀਂ ਆਈ। ਉਹ ਜਿਹੜਾ ਧੜ ਸੀ ਨਾ ਬਿਨਾਂ ਸਿਰ ਤੋਂ, ਉਹਦੇ ਦੋਨੋਂ ਹੱਥ ਵੜਤੇ ਰੱਬ ਨੇ। ਆਹ ਰੱਬ ਇਹ ਜਿਹੜਾ ਮਹਾਕਾਲ ਹੈ ਇਹੋ ਜਿਹਾ। ਫਿਰ ਸਭ ਤੋਂ ਵੱਡੀ ਗੱਲ ਕਰਕੇ ਰੱਬ ਮੁੱਕਰ ਜਾਂਦਾ, ਜਾਂ ਭੁੱਲ ਜਾਂਦਾ ਜਾਂ ਮੁੱਕਰ ਜਾਂਦਾ। ਉਹ ਆਪਾਂ ਦੇਖਿਆ ਸੀ ਕਿ ਇਹ ਦੁੱਲਾ ਦੇਈ ਨਾਲ ਵਿਆਹ ਕਰਨ ਨੂੰ ਤਿਆਰ ਸੀ, ਪਰ ਸਾਰੀ ਗੱਲ ਹੋ ਗਈ, ਸਵਾਸ ਵੀਰਜ ਮਾਰਿਆ ਗਿਆ, ਪਰ ਦੁੱਲਾ ਦੇਈ ਨਾਲ ਵਿਆਹ ਇਸਨੇ ਫਿਰ ਵੀ ਨਹੀਂ ਕੀਤਾ। ਇੰਨੇ ਕੁ ਗੁਣ ਅਸੀਂ ਹਾਂ, ਇਸ ਰੱਬ ਦੇ 4 ਹੱਥ ਹੈ, 2 ਨਹੀਂ, 4 ਹੈ। ਅਤੇ ਪਰ ਹੁਣ ਸੱਜਾ ਖੱਬਾ ਕਿੱਦਾਂ ਲੱਭਿਆ ਹੋਊ ਉੱਥੇ, ਮੈਨੂੰ ਪਤਾ ਨਹੀਂ। ਫਿਰ 2 ਸੱਜੇ ਹੋਣਗੇ, 2 ਖੱਬੇ ਹੋਣਗੇ। ਕਹਿੰਦੇ ਸੱਜੇ ਹੱਥ 'ਚ ਆਹ ਫੜ ਲਿਆ, ਖੱਬੇ 'ਚ ਬਸ 4 ਹੱਥ ਨੇ। ਅਤੇ ਦਾੜ੍ਹਾਂ ਇਹਦੀਆਂ ਬੜੀਆਂ ਤਕੜੀਆਂ ਮਜ਼ਬੂਤ ਹੈ। ਇਹ ਮਤਲਬ ਨੌਨ ਵੈਜੀਟੇਰੀਅਨ ਹੈ, ਵੈਜੀਟੇਰੀਅਨ ਨਹੀਂ ਆ। ਇਹ ਬੰਦਿਆਂ ਨੂੰ, ਪਸ਼ੂਆਂ ਨੂੰ ਨਹੀਂ, ਨਾ ਇਹ ਝਟਕਾ ਕਰਦਾ ਨਾ ਹਲਾਲ ਕਰਦਾ। ਇਹ ਸਿੱਧਾ ਚੱਕ ਕੇ ਸਾਫ 'ਤੇ ਬੰਦੇ ਨਿਕਲ ਜਾਂਦਾ,
ਦੈਂਤਾਂ ਨੂੰ ਦੰਦਾਂ ਨੇ ਖਾ ਜਾਂਦਾ। ਇਹੋ ਜਿਹਾ ਰੱਬ ਹੈ ਇਸ ਲਿਖਾਰੀ ਦਾ। ਸੋ ਆਓ ਅਸੀਂ ਅੱਜ ਇਹ ਕਾਲ ਉਸਤਤ ਵਿੱਚੋਂ, ਇਹ ਅਸੀਂ ਹੁਣ ਤੱਕ ਜਾਣਿਆ 404 ਚਰਿੱਤਰ ਜਿਹੜਾ ਉਹਦੇ ਵਿੱਚੋਂ, ਪਰ ਕੁਛ ਗੁਣ ਰਹਿ ਗਏ ਨੇ, ਉਹ ਅਸੀਂ ਇਹਦੇ ਵਿੱਚ ਸਮਝਦੇ ਹਾਂ। ਇਹ 21 ਨੰਬਰ ਇਹਦਾ ਜਿਹੜਾ ਹੈ ਛੰਦ ਹੈ। ਘੁੰਗਰੂਆਂ ਦੀ ਆਵਾਜ਼ ਆ ਰਹੀ ਹੈ, ਝਾਂਜਰਾਂ ਦਾ ਸ਼ਬਦ ਹੋ ਰਿਹਾ ਹੈ। ਮਤਲਬ ਇਸ ਰੱਬ ਨੇ ਘੁੰਗਰੂ ਪਹਿਨੇ ਹੋਏ ਨੇ, ਝਾਂਜਰਾਂ ਪਾਈਆਂ ਹੋਈਆਂ, ਅਤੇ ਜਦੋਂ ਚੱਲਦਾ ਨਾ ਤੇ ਬੜਾ ਆਵਾਜ਼ ਆਉਂਦੀ ਜਿੱਦਾਂ ਰਾਗ ਕੋਈ ਪੈਦਾ ਹੋ ਰਿਹਾ ਹੋਵੇ। ਅਜਿਹੇ ਨਾਦਾਂ ਵਿੱਚ ਉਸ ਦੇ ਮਹਾਨਾਦ ਦਾ ਸਵਰ ਦੁੱਖ ਕਲੇਸ਼ ਤੋਂ ਮੁਕਤ ਕਰਦਾ ਹੋਇਆ ਚੜ੍ਹਦੀ ਕਲਾ ਵਿੱਚ ਰੱਖਦਾ ਹੈ। ਮਤਲਬ ਰੱਬ ਸਰੀਰ ਧਾਰੀ ਹੈ, ਰੱਬ ਨੇ ਝਾਂਜਰਾਂ ਅਤੇ ਘੁੰਗਰੂ ਬੰਨੇ ਹੋਏ ਨੇ। ਉਸ ਦੇ ਸਿਰ 'ਤੇ ਮਾਲਾ ਸਵਾਈਮਾਨ ਹੈ, ਜਿਸ ਨੂੰ ਵੇਖ ਕੇ ਰੁਦਰ ਵੀ ਸ਼ਰਮਿੰਦਾ ਹੁੰਦਾ ਹੈ। ਇਸ ਤਰ੍ਹਾਂ ਉਸ ਦੀ ਸੁੰਦਰ ਮੂਰਤ ਸ਼ੋਭਦੀ ਹੈ, ਜੋ ਬਹੁਤ ਪਵਿੱਤਰ ਹੈ। ਉਸ ਦੀ ਮਹਾਨ ਗਰਜ ਨੂੰ ਸੁਣ ਕੇ ਜਮਦੂਤ ਕੰਬਣ ਲੱਗ ਜਾਂਦੇ ਹਨ। ਮਤਲਬ ਇੰਨਾ ਗਰਜਦਾ ਜਮਦੂਤ ਕੰਬਣ ਲੱਗ ਜਾਂਦੇ ਹਨ। ਉਸ ਦੇ ਗਲੇ ਵਿੱਚ ਪਈ ਨਾਰਮੁੰਡ ਮਾਲਾ ਵਿੱਚੋਂ ਚੋਂਦਾ ਹੋਇਆ ਲਹੂ ਇਤਨਾ ਸੋਭ ਰਿਹਾ ਹੈ ਕਿ ਮਹਾਮਾਨ ਵਾਲਿਆਂ ਨੂੰ ਵੀ ਮੋਹ ਲੈਂਦਾ ਹੈ। ਭਾਵ ਉੱਥੇ ਤਾਂ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਸੀ, ਪਰ ਇਹ ਜਿਹੜਾ ਰੱਬ ਬੜਾ ਜ਼ਾਲਮ ਹੈ। ਇਹ ਮਨੁੱਖਾਂ ਨੂੰ ਮਾਰ ਕੇ ਉਹਨਾਂ ਦੇ ਸਿਰ ਕੱਟ ਕੇ ਔਰ ਉਹਨਾਂ ਸਿਰਾਂ ਦੀ ਮਾਲਾ ਆਪਣੇ ਗਲ ਵਿੱਚ ਪਾ ਕੇ ਚੱਲਦਾ ਹੈ, ਔਰ ਉਹ ਵੀ ਤਾਜ਼ੇ ਤਾਜ਼ੇ ਸਿਰ, ਪੁਰਾਣੇ ਨਹੀਂ। ਔਰ ਉਹਨਾਂ 'ਚ ਜਿਹੜਾ ਖੂਨ ਚੋਂਦਾ ਨਾ, ਉਹ ਕਹਿੰਦੇ ਬਹੁਤ ਸੋਹਣਾ ਲੱਗਦਾ। ਇਹ ਰੱਬ ਦੀ ਸ਼ਕਲ ਤੁਸੀਂ ਆਪਣੇ ਮਨ ਵਿੱਚ ਬਣਾ ਕੇ ਦੇਖਿਓ, ਇਹ ਰੱਬ ਕਿੰਨਾ ਕੁ ਡਰਾਉਣਾ ਹੋਏਗਾ। ਅਤੇ ਅੱਗੇ ਅਸੀਂ ਦੇਖਦੇ ਹਾਂ, ਇਹ ਰੱਬ ਜਿਹੜਾ ਹੈ ਮਧੁ ਦੈਂਤ ਦੇ ਮਾਣ ਨੂੰ ਖਤਮ ਕਰਨ ਵਾਲਾ ਅਤੇ ਧੜਾਂ ਦੇ ਸਮੂਹ ਵਿੱਚ ਸੋਭਣ ਵਾਲਾ ਹੈ। ਉਸ ਦੇ ਸਿਰ ਉੱਤੇ ਸਫੈਦ ਛਤਰ ਝੁਲਦਾ ਹੈ ਅਤੇ ਹੱਥ ਵਿੱਚ ਅਸਤਰ ਲਿਸ਼ਕਦੇ ਹਨ। ਉਸ ਨੇ ਦੇ ਭਾਰੀ ਨਾਦ ਨੂੰ ਸੁਣ ਕੇ ਛਤਰਧਾਰੀ ਰਾਜੇ ਵੀ ਭੈਭੀਤ ਹੋ ਜਾਂਦੇ ਹਨ। ਦਿਸ਼ਾਵਾਂ ਹੀ ਉਸ ਦੇ ਵਸਤਰ ਹਨ, ਅਰਥਾਤ ਉਹ ਨਗਨ ਹੈ। ਉਸ ਦਾ ਨਾਂ ਸੁਣਦਿਆਂ ਹੀ ਦੋਖ ਭੱਜ ਜਾਂਦੇ ਹਨ। ਲਓ ਇੱਕ ਗੁਣ ਰੱਬ ਦਾ ਹੋਰ ਸੁਣੋ। ਰੱਬ ਜਿਹੜਾ ਸਾਰਿਆਂ ਨੂੰ ਅੰਨ ਧਨ ਦੇਣ ਵਾਲਾ, ਵਸਤਰ ਦੇਣ ਵਾਲਾ, ਉਹ ਰੱਬ ਆਪ ਨੰਗਾ ਹੈ। ਉਸਨੇ ਸਰੀਰ ਉੱਤੇ ਕੋਈ ਵਸਤਰ ਨਹੀਂ ਪਹਿਨੇ ਹੋਏ, ਕੱਪੜੇ ਨਹੀਂ ਪਾਏ ਹੋਏ। ਅੰਦਾਜ਼ਾ ਲਗਾਓ, ਮੈਂ ਸੋਚਦਾ ਹੁੰਦਾ ਸੀ ਸਾਡੇ ਦੇਸ਼ ਵਿੱਚ ਇੱਕ ਫਿਰਕਾ ਹੈ, ਉਹ ਨੰਗੇ ਰਹਿੰਦੇ ਨੇ ਔਰ ਉਹਨਾਂ ਦੀ ਲੋਕ ਪੂਜਾ ਕਰਦੇ ਨੇ। ਮੈਂ ਕਹਿੰਦਾ ਕਿੱਡਾ ਔਡ ਲੱਗਦਾ, ਕਿੱਡਾ ਗਲਤ ਲੱਗਦਾ। ਪਰ ਹੁਣ ਪਤਾ ਲੱਗਾ ਉਹ ਬੰਦੇ ਤਾਂ ਰੱਬ ਦੇ ਭਗਤ ਨੇ, ਐਸ ਰੱਬ ਦੇ। ਕਿਉਂਕਿ ਜਦੋਂ ਰੱਬ ਨੂੰ ਮਿਲਣਾ ਹੋਵੇ ਅਤੇ ਰੱਬ ਦੇ ਗੁਣ ਤਾਂ ਧਾਰਨ ਕਰਨੇ ਪੈਂਦੇ। ਉਹਨਾਂ ਨੇ ਇੱਕ ਗੁਣ ਤਾਂ ਧਾਰਨ ਕਰ ਲਿਆ, ਉਹਨਾਂ ਨੇ ਆਪਣੇ ਸਾਰੇ ਕੱਪੜੇ ਉਤਾਰ ਦਿੱਤੇ। ਹੁਣ ਸਿੱਖਾਂ ਨੂੰ ਸੋਚਣਾ ਹੈ ਕਿ ਜੇ ਸਿੱਖਾਂ ਦਾ ਰੱਬ ਇਹੋ ਜਿਹਾ, ਔਰ ਗੁਰੂ ਗੋਬਿੰਦ ਸਿੰਘ ਜੀ ਦੱਸ ਰਹੇ ਨੇ, ਅਗਰ ਜਿਹੜੇ ਮੰਨਦੇ ਨੇ ਵੀ ਇਹ ਗੁਰੂ ਗੋਬਿੰਦ ਸਿੰਘ ਦੀ ਰਚਨਾ, ਫਿਰ ਸਿੱਖਾਂ ਨੂੰ ਤਾਂ ਆਹ ਕੁਝ ਕਰਨਾ ਪਏਗਾ। ਇਹ ਤਾਂ ਬਹੁਤ ਔਖਾ ਕੰਮ ਹੈ, ਪਰ ਹੁਣ ਮੰਨੀ ਜਾਂਦੇ ਨੇ ਵੀ ਗੁਰੂ ਗੋਬਿੰਦ ਸਿੰਘ ਦੀ ਰਚਨਾ ਬਹੁਤ ਮਹਾਨ ਰਚਨਾ, ਤਾਂ ਫਿਰ ਵਸਤਰ ਉਤਾਰਨੇ ਪੈਣੇ ਆ, ਨੰਗੇ ਹੋ ਕੇ ਰਹਿਣਾ ਪਊਗਾ। ਇੱਕ ਗੁਣ ਨਵਾਂ ਮਿਲ ਗਿਆ ਸਾਨੂੰ ਕਿ ਪਹਿਲਾਂ ਮਿਲਿਆ ਸੀ ਹੁਣ ਮਨੁੱਖੀ ਸਿਰਾਂ ਦੀ ਮਾਲਾ ਗਲ ਵਿੱਚ ਪਾਈ ਹੋਈ ਹੈ। ਹੋਰ ਇੱਕ ਗੁਣ ਮਿਲ ਗਿਆ ਕਿ ਉਹ ਨਿਰਵਸਤਰ ਹੈ, ਉਹ ਬਿਨਾਂ ਕੱਪੜੇ ਪਹਿਨੇ ਹੋਏ ਰੱਬ ਹੈ, ਨੰਗਾ ਹੈ। ਉਸ ਦੀ ਗਦਾ ਦੀ ਆਵਾਜ਼ ਨੂੰ ਸੁਣ ਕੇ ਅਨੰਤ ਅਤੇ ਬੇਹੱਦ ਡਰ ਪੈਦਾ ਹੋ ਜਾਂਦਾ ਹੈ, ਮਾਨੋ ਕਾਲੀ ਘਟਾ ਚੜ੍ਹੀ ਹੋਵੇ ਜਿਸ ਦੀ ਸ਼ੋਭਾ ਬਹੁਤ ਮਨੋਹਰ ਹੈ। ਉਸ ਦੀਆਂ ਸੁੰਦਰ 4 ਬਾਹਾਂ ਹਨ। ਇਹ ਕਵੀ ਭੁੱਲਦਾ ਨਹੀਂ ਕਿ ਇਹ ਰੱਬ ਜਿਹੜਾ 4 ਬਾਹਾਂ ਵਾਲਾ ਹੈ। ਦੇਵੀ ਤਾਂ 8 ਬਾਹਾਂ ਵਾਲੀ ਹੈ, ਇਹ 4 ਬਾਹਾਂ ਵਾਲਾ ਹੈ। ਉਹ 4 ਬਾਹਾਂ ਹਨ ਅਤੇ ਸਿਰ ਉੱਤੇ ਮੁਕਟ ਧਾਰਨ ਕੀਤਾ ਹੋਇਆ ਹੈ। ਉਸ ਦਾ ਗਦਾ, ਸੰਖ, ਚੱਕਰ ਅਤੇ
ਭਿਆਨਕ ਦੋ ਟੇਢੀਆਂ ਭਵਾਂ ਲਿਸ਼ਕ ਰਹੀਆਂ ਹਨ। ਅੱਗੇ 32 ਤੋਂ 32 31 32 33 34 ਛੰਦ ਆਪਾਂ ਦੇਖਦੇ ਹਾਂ। ਮਹਾਕਾਲ ਦੇ ਹੱਥ ਵਿੱਚ, ਹੁਣ ਇੱਥੇ ਮਹਾਕਾਲ ਲਿਖ ਦਿੱਤਾ। ਭਾਵ ਕਹਿਣ ਦਾ ਮਤਲਬ ਕਾਲ, ਅਕਾਲ, ਅਨਕਾਲ ਤੇ ਮਹਾਕਾਲ ਸਾਰੇ ਇੱਕੋ ਦੇ ਨਾਮ ਹਨ। ਮਹਾਕਾਲ ਦੇ ਹੱਥ ਵਿੱਚ ਤਲਵਾਰ ਚਮਕਦੀ ਹੈ ਜੋ ਬਹੁਤ ਹੀ ਭਿਆਨਕ ਹੈ। ਉਸ ਦੀਆਂ ਝਾਂਜਰਾਂ ਦਾ ਸ਼ਬਦ ਹੁੰਦਾ ਹੈ ਅਤੇ ਘੁੰਗਰੂਆਂ ਦੀ ਛਣਕਾਰ ਹੁੰਦੀ ਹੈ। ਉਸ ਦੀਆਂ 4 ਸੁੰਦਰ ਬਾਹਾਂ ਹਨ। ਸਿਰ ਉੱਤੇ ਸੁੰਦਰ ਜੂੜਾ ਸਜਿਆ ਹੋਇਆ ਹੈ। ਉਸ ਕੋਲ ਗਦਾ ਸੁਸ਼ੋਭਿਤ ਹੈ ਜੋ ਜੰਮ ਦੇ ਮਾਣ ਨੂੰ ਮੋਹ ਰਹੀ ਹੈ, ਪ੍ਰਭਾਵਿਤ ਕਰ ਰਹੀ ਹੈ। ਅੱਗ ਵਾਂਗ ਜੀਭ ਸੋਭ ਰਹੀ ਹੈ। ਦਾੜਾਂ ਬਹੁਤ ਭਿਆਨਕ ਹਨ। ਦਾੜਾਂ ਵਾਰ-ਵਾਰ ਉਸਤਤ ਕੀਤੀ ਗਈ ਹੈ। ਉਹ ਦਾੜਾਂ ਜਿਨ੍ਹਾਂ ਨਾਲ ਕੱਚੇ ਬੰਦਿਆਂ ਨੂੰ ਚੱਬ ਜਾਂਦਾ ਰੱਬ, ਇਹ ਰੱਬ ਹੈ। ਧੌਂਸੇ ਅਤੇ ਸ਼ੰਖ ਵੱਜ ਰਹੇ ਹਨ। ਉਹਨਾਂ ਵਿੱਚ ਸਮੁੰਦਰ ਦੀ ਗਰਜ ਵਾਂਗ ਵਰਗਾ ਨਾਦ ਨਿਕਲਦਾ ਹੈ। ਉਸ ਦਾ ਸਾਂਵਲਾ ਰੂਪ ਸੋਭ ਰਿਹਾ ਹੈ ਜੋ ਮਹਾਨ ਸੋਭਾ ਦਾ ਘਰ ਹੈ। ਉਸ ਦਾ ਚਿੱਤਰ ਸੁੰਦਰ ਚਿੱਤਰ ਵਰਗਾ ਹੈ ਜੋ ਮਨ ਵਾਣੀ ਤੋਂ ਪਰੇ ਅਤਿਅੰਤ ਪਵਿੱਤਰ ਹੈ। ਉਸ ਦਾ ਜਿਹੜਾ ਰੰਗ ਹੈ ਸਾਂਵਲਾ, ਕਾਲੇ ਰੰਗ ਦਾ ਹੈ। ਇਹ ਇੱਕ ਹੋਰ ਗੁਣ ਰੱਬ ਦਾ ਦੇਖਿਆ। ਹੁਣ ਇੱਥੇ ਕੁਛ ਗੁਣ ਰਹਿ ਗਏ ਨੇ, ਆਪਾਂ ਉਹਨਾਂ ਨੂੰ ਦੇਖ ਲੈਂਦੇ ਹਾਂ ਵੀ ਜੇ ਰੱਬ ਕੋਲ ਮਿਲਣਾ, ਇਸ ਰੱਬ ਨੂੰ ਅਸੀਂ ਪ੍ਰਾਪਤ ਕਰਨਾ, ਤਾਂ ਫਿਰ ਆਹ ਕੰਮ ਕਰਨੇ ਪੈਣਗੇ। ਉਹ ਰੱਬ ਦੀਆਂ ਤੇਰੀਆਂ ਝਾਂਜਰਾਂ ਵਿੱਚ ਨਿਰਮਲ ਨਾਦ ਨਿਕਲਦਾ ਹੈ। ਤੇਰਾ ਮੁੱਖ ਬੱਦਲਾਂ ਦੀ ਬਿਜਲੀ ਦੀ ਅੱਗ ਵਾਂਗ ਲਿਸ਼ਕਦਾ ਹੈ। ਤੇਰੀ ਭਾਵਕ ਸ਼ਰਾਬ ਪੀ ਕੇ ਮਸਤ ਹੋਏ ਹਾਥੀ ਵਰਗੀ ਹੈ, ਮਾਨੋ ਜੰਗਲ ਵਿੱਚ ਸ਼ੇਰ ਦਾ ਬੱਚਾ ਦਹਾੜ ਰਿਹਾ ਹੋਵੇ। ਤੂੰ ਭੂਤ, ਭਵਿੱਖਤ ਅਤੇ ਵਰਤਮਾਨ ਤਿੰਨਾਂ ਕਾਲਾਂ ਵਿੱਚ ਜਗਤ ਨੂੰ ਪੈਦਾ ਕਰਨ ਵਾਲਾ ਹੈ। ਇਹ ਇੱਕ ਰੱਬ ਦਾ ਗੁਣ ਇੱਥੇ ਐਡ ਕਰ ਦਿੱਤਾ। ਭਾਵ ਇਸ ਕਵੀ ਦਾ, ਲਿਖਾਰੀ ਦਾ ਕਰਤਾ ਭਰਤਾ ਹਰਤਾ ਜਿਹੜਾ ਹੈ, ਪੈਦਾ ਕਰਨ ਵਾਲਾ ਸਭ ਕੁਛ, ਇਹ ਰੱਬ ਮਹਾਕਾਲ ਹੈ। ਇਹ ਸਪਸ਼ਟ ਕਵੀ ਕਰ ਰਿਹਾ ਹੈ। ਪੈਦਾ ਕਰਨ ਵਾਲਾ ਅਤੇ ਕਲਯੁਗ ਵਿੱਚ ਉਭਾਰਨ ਦਾ ਇੱਕ ਤੂੰ ਹੀ ਕਾਰਨ ਰੂਪ ਹੈ। ਤੂੰ ਸਭ ਥਾਵਾਂ ਵਿੱਚ ਨਿਰੰਤਰ ਨਿਤ ਨਵੇਂ ਰੂਪ ਵਿੱਚ ਹੈ। ਕੋਮਲ ਅਤੇ ਮੰਗਲਮਈ ਰੂਪ ਵਿੱਚ ਤੂੰ ਹੀ ਸੋਭ ਰਿਹਾ ਹੈ। ਤੇਰੀਆਂ 2 ਭਿਆਨਕ ਅਤੇ ਦ੍ਰਿੜ ਚਿੱਟੀਆਂ ਉੱਚੀਆਂ ਦਾੜਾਂ ਹਨ। ਪਹਿਲਾਂ ਖੁੱਲ੍ਹੀਆਂ ਦਾੜਾਂ ਲਿਖਿਆ ਸੀ, ਹੁਣ ਇੱਥੇ ਲਿਖਤਾ 2 ਉੱਚੀਆਂ ਚਿੱਟੀਆਂ ਭਿਆਨਕ ਦਾੜਾਂ ਹਨ, ਜਿਨ੍ਹਾਂ ਨੂੰ ਦੁਸ਼ਟ ਵੇਖ ਕੇ ਯੁੱਧ ਭੂਮੀ ਵਿੱਚੋਂ ਭੱਜ ਜਾਂਦੇ ਹਨ। ਤੂੰ ਸ਼ਰਾਬ ਨਾਲ ਮਸਤ ਹੋ ਕੇ ਹੱਥ ਵਿੱਚ ਭਿਆਨਕ ਤਲਵਾਰ ਧਾਰਨ ਕੀਤੀ ਹੋਈ ਹੈ। ਲਓ, ਆਹ ਇੱਕ ਗੁਣ ਰਹਿ ਗਿਆ ਸੀ ਜਿਹੜਾ ਸਾਨੂੰ ਹਾਲ ਤੱਕ ਪਤਾ ਨਹੀਂ ਸੀ। ਰੱਬ ਜਿਹੜਾ ਹੈ ਸ਼ਰਾਬ ਵਿੱਚ ਮਦਮਸਤ ਹੈ। ਖੂਬ ਸ਼ਰਾਬ ਪੀਤੀ ਹੋਈ ਹੈ। ਸ਼ਰਾਬ ਪੀ ਕੇ ਰੱਬ ਲੜਾਈ ਕਰਦਾ ਹੈ। ਇਹ ਰੱਬ ਆ ਵਿਚਿੱਤਰ ਨਾਟਕ ਦਾ, ਜਿਸ ਨੂੰ 10ਵੇਂ ਗ੍ਰੰਥ ਕਹਿੰਦੇ ਨੇ, ਜਿਸ ਨੂੰ 10ਵੇਂ ਪਾਤਸ਼ਾਹ ਦੀ ਬਾਣੀ ਕਹਿੰਦੇ ਨੇ। ਹੁਣ ਜੇ ਇਸ ਰੱਬ ਨੂੰ ਮਿਲਣਾ ਹੋਵੇ, ਇਸ ਰੱਬ ਨੂੰ ਪ੍ਰਾਪਤ ਕਰਨਾ ਹੋਵੇ, ਇਸ ਦੀ ਆਰਾਧਨਾ ਕਰਨੀ ਹੋਵੇ, ਫਿਰ ਇਹ ਸਾਰੇ ਕੰਮ ਕਰਨੇ ਪੈਣੇ ਆ। ਅਤੇ ਸ਼ਰਾਬ ਵਿੱਚ ਮਤਮਸਤ ਹੈ। ਦੇਵਤੇ ਅਤੇ ਦੈਂਤ ਸਦਾ ਤੇਰੀ ਜੈ ਜੈਕਾਰ ਕਰਦੇ ਹਨ। ਜਦੋਂ ਤੇਰੀ ਤੜਾਗੀ ਅਤੇ ਝਾਂਜਰਾਂ ਦੇ ਮਿਲਵੇਂ ਨਵੇਂ ਰੂਪ ਵਾਲਾ ਨਾਦ ਹੁੰਦਾ ਹੈ ਤਾਂ ਸਾਰੇ ਪਰਬਤ ਚਲਾਇਮਾਨ ਹੋ ਜਾਂਦੇ ਹਨ ਅਤੇ ਧਰਤੀ ਕੰਬਣ ਲੱਗ ਜਾਂਦੀ ਹੈ। ਜਦੋਂ ਤੇਰੇ ਘੁੰਗਰੂਆਂ ਦੀ ਉੱਚੀ ਆਵਾਜ਼ ਨਿਕਲਦੀ ਹੈ ਤਾਂ ਚੌਹਾਂ ਦਿਸ਼ਾਵਾਂ ਦੇ ਜੜ ਚੇਤਨ ਘਬਰਾ ਜਾਂਦੇ ਹਨ। 14 ਲੋਕਾਂ ਵਿੱਚ ਤੇਰਾ ਹੀ ਚੱਕਰ ਚੱਲਦਾ ਹੈ। ਲਓ, ਇਹ ਵੀ ਇੱਕ ਹੋਰ ਗੁਣ ਤੁਹਾਨੂੰ ਦੱਸ ਦਈਏ। ਇਹ ਕਵੀ ਕਹਿ ਰਿਹਾ ਕਿ ਸਿਰਫ 14 ਲੋਕ ਹੁੰਦੇ ਨੇ, ਅਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੋਏ ਲੇਖਾ ਹੋਏ ਤਾਂ ਲਿਖੀਏ, ਲੇਖੇ ਹੋਏ ਬਣਾਸ। ਉਹ ਕਹਿੰਦੇ ਵੀ ਨਹੀਂ ਕਹਿ ਸਕਦੇ।
ਲੇਖਾ ਹੋਏ ਤਾਂ ਲਿਖੀਏ, ਲੇਖੇ ਹੋਏ ਵਿਨਾਸ਼। ਇਹ ਗੁਰੂ ਨਾਨਕ ਪਾਤਸ਼ਾਹ ਇੱਥੇ ਕਹਿੰਦੇ ਵੀ 7 ਪਤਾਲ ਹੈ ਅਤੇ 7 ਅਸਮਾਨ ਹੈ। ਇਹ ਕਵੀ ਇਹ ਕਹਿ ਰਿਹਾ, ਅਤੇ ਸਾਰਿਆਂ ਵਿੱਚ ਤੇਰਾ ਹੀ ਰਾਜ ਚੱਲਦਾ ਇਸ ਮਹਾਂਕਾਲ ਦਾ। ਜਿਵੇਂ ਭਾਦੋਂ ਮਹੀਨੇ ਦੀ ਘਟਾ ਸੋਭਦੀ ਹੈ, ਉਸ ਤਰ੍ਹਾਂ ਤੇਰਾ ਸਾਂਵਲਾ ਸਰੀਰ ਚਮਕਦਾ ਹੈ। ਤੇਰੇ ਦੰਦਾਂ ਦੀ ਪਾਲ ਬਿਜਲੀ ਵਾਂਗ ਚਮਕਦੀ ਹੈ ਅਤੇ ਘੁੰਗਰੂਆਂ ਤੇ ਘੰਟੀਆਂ ਦੀ ਧੁਨੀ ਬੱਦਲਾਂ ਦੀ ਗਰਜ ਵਾਂਗ ਹੈ। ਤੇਰਾ ਸਾਂਵਲਾ ਸਰੂਪ ਸੁਭਾਇਮਾਨ ਹੈ, ਮਾਨੋ ਸਾਵਣ ਦੀ ਘਟਾ ਹੋਵੇ। ਤੇਰਾ ਇਸ ਸਾਂਵਲਾ ਰੂਪ ਨੂੰ ਵੇਖ ਕੇ, ਤੇਰੇ ਸਾਂਵਲੇ ਰੂਪ ਨੂੰ ਵੇਖ ਕੇ ਨੀਲ ਮਣੀਆਂ ਨੇ ਸਿਰ ਝੁਕਾ ਦਿੱਤਾ ਹੈ। ਭਾਵ ਤੇਰੇ ਸਾਂਵਲੇਪਨ ਦੀ ਸੋਭਾ ਦੇ ਮੁਕਾਬਲੇ ਆਪਣੇ ਸਰੂਪ ਨੂੰ ਹੀਣ ਸਮਝਿਆ ਹੈ। ਤੇਰਾ ਮਹਾਨ ਸੁੰਦਰ ਸਾਂਵਲਾ ਸਰੂਪ ਮਨ ਨੂੰ ਲੁਭਾਉਣ ਵਾਲਾ ਹੈ। ਤੂੰ ਰੂਪਾਂ ਦਾ ਮਹਾਰੂਪ ਅਤੇ ਕਾਮਾਂ ਦਾ ਮਹਾਕਾਮ ਹੈ। 14 ਪੁਰੀਆਂ ਵਿਚਾਲੇ ਤੇਰਾ ਚੱਕਰ ਚੱਲਦਾ ਹੈ। ਅਜਿਹਾ ਦੂਜਾ ਕੌਣ ਹੈ ਜੋ ਤੇਰੀ ਆਗਿਆ ਨੂੰ ਮੋੜ ਸਕੇ? ਦੱਸੋ ਕਿਹੜੀ ਦਿਸ਼ਾ ਵੱਲ ਉਹ ਭੱਜ ਕੇ ਵੱਜ ਸਕਦਾ ਹੈ, ਕਿਉਂਕਿ ਸਭਨਾਂ ਦੇ ਸਿਰ ਉੱਤੇ ਕਾਲ ਨੱਚ ਰਿਹਾ ਹੈ। ਸੋ ਇਹ ਹੈ ਸ਼੍ਰੀ ਕਾਲ ਜੀ ਕੀ ਉਸਤਤ। ਇਹ ਰੱਬ ਦੀ ਉਸਤਤ ਕਵੀ ਕਰ ਰਿਹਾ। ਕਹਿੰਦੇ ਕਵੀ ਗੁਰੂ ਗੋਬਿੰਦ ਸਿੰਘ ਜੀ ਹੈ। ਮੈਨੂੰ ਤਾਂ ਇਹ ਗੱਲ ਪਚਦੀ ਨਹੀਂ ਕਿ ਸਾਡੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਗੁਰੂ ਨਾਨਕ ਦੀ ਜੋਤ ਸਨ, ਉਹ ਕੋਈ ਐਸੀ ਕਹਾਣੀ, ਐਸੀ ਰਚਨਾ, ਐਸੀ ਕਵਿਤਾ ਸਾਨੂੰ ਲਿਖ ਕੇ ਦੇ ਜਾਣ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿਪਰੀਤ ਹੋਵੇ। ਹਾਂ ਭਈ, ਜੇਕਰ ਸਿੱਖੋ ਤੁਸੀਂ ਮੰਨਣਾ, ਫਿਰ ਇਸ ਰੱਬ ਨੂੰ ਮਿਲਣ ਲਈ ਤਾਂ ਇਹੋ ਜਿਹੇ ਬਣਨਾ ਪਏਗਾ। ਇਹੋ ਜਿਹੇ ਬਣਨ ਲਈ ਕੀ ਹੈ? ਸਾਨੂੰ ਜ਼ਾਲਮ ਹੋਣਾ ਪਏਗਾ, ਲੋਕਾਂ ਦੇ ਸਿਰ ਵੱਢ ਵੱਢ ਕੇ ਗਲ 'ਚ ਮਾਲਾ ਪਾ ਲਓ। ਫਿਰ ਸਾਨੂੰ ਝਾਂਜਰਾਂ, ਫਿਰ ਸਾਨੂੰ ਤੜਾਗੀ ਬੰਨ੍ਹਣੀ ਪੈਣੀ ਆ, ਝਾਂਜਰਾਂ ਬੰਨ੍ਹਣੀਆਂ ਪੈਣਾ, ਘੁੰਗਰੂ ਬੰਨ੍ਹਣੇ ਪੈਣੇ ਆ। ਫਿਰ ਗਲ 'ਚ ਨਰ ਮਾਲਾ ਪਾਉਣੀ ਪੈਣੀ ਹੈ, ਨਰਾਂ ਦੇ ਸਿਰਾਂ ਦੀ ਮਾਲਾ। ਫਿਰ ਸਾਨੂੰ ਔਖਾ ਕੰਮ ਕਰਨਾ ਪੈਣਾ, ਸਾਰੇ ਕੱਪੜੇ ਲਾਉਣੇ ਪੈਣੇ, ਨੰਗੇ ਹੋਣਾ ਪੈਣਾ। ਫਿਰ ਸਾਨੂੰ ਇਹ ਵੀ ਕਰਨਾ ਪੈਣਾ ਵੀ 24 ਘੰਟੇ ਸ਼ਰਾਬ ਵਿੱਚ ਰੱਜੇ ਰਹਿਣਾ ਪੈਣਾ, ਮਸਤ ਰਹਿਣਾ ਪੈਣਾ। ਇਹ ਕੁਝ ਇਹ ਗ੍ਰੰਥ ਸਾਨੂੰ ਦੇ ਰਿਹਾ। ਜੇ ਤਾਂ ਲੈਣਾ ਇਹ, ਇਸ ਨੂੰ ਗੁਰਮਤਿ ਮੰਨਣਾ, ਖੁਸ਼ੀ ਹੈ ਜਿਸ ਨੇ ਜੋ ਲੈਣਾ। ਮੈਂ ਤਾਂ ਸਿਰਫ ਤੁਹਾਡੇ ਸਾਹਮਣੇ ਬਿਆਨ ਕੀਤਾ ਕਿ ਕਿਵੇਂ ਇਹਨਾਂ ਗ੍ਰੰਥਾਂ ਵਿੱਚ, ਪਹਿਲਾਂ ਸੂਰਜ ਪ੍ਰਕਾਸ਼ ਗ੍ਰੰਥ ਦੇਖਿਆ ਸੀ, ਹੁਣ ਇਹ ਬਚਿੱਤਰ ਨਾਟਕ ਦੇਖ ਲਓ, ਵੀ ਸਾਨੂੰ ਕਿਵੇਂ ਔਜੜੇ ਪਾਇਆ ਹੋਇਆ। ਸਾਡੇ ਦਿਮਾਗ ਨੂੰ ਤਾਲੇ ਲਾ ਕੇ ਕਿਹੋ ਜਿਹੀਆਂ ਕਹਾਣੀਆਂ ਸਾਨੂੰ ਦੱਸੀਆਂ ਜਾ ਰਹੀਆਂ। ਬਸ ਇੰਨੇ ਵਿਚਾਰ ਕਰਕੇ ਅਸੀਂ ਇੱਥੇ ਸੰਕੋਚਦੇ ਹਾਂ। ਹੁਣ ਫੈਸਲਾ ਤੁਸੀਂ ਕਰ ਲਓ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਆਹ ਕੁਝ ਦੇਣ ਆਏ ਸਨ, ਆਹ ਕੁਝ ਦੇਣ। ਕਿਉਂਕਿ ਜੇ ਰੱਬ ਨੂੰ ਮਿਲਣਾ ਤਾਂ ਰੱਬ ਦੇ ਸਾਰੇ ਗੁਣ ਸਾਨੂੰ ਧਾਰਨ ਕਰਨੇ ਪੈਣੇ। ਗੁਰਮਤਿ ਦਾ ਇਹ ਵਿਧਾਨ ਹੈ। ਜੇ ਗੁਰੂ ਗ੍ਰੰਥ ਸਾਹਿਬ ਵਾਲੇ ਰੱਬ ਨੂੰ, ਗੁਰੂ ਨਾਨਕ ਦੇ ਰੱਬ ਨੂੰ ਮਿਲਣਾ, ਫਿਰ ਤਾਂ ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਮੋਰਾ, ਫਿਰ ਤਾਂ ਉਵੇਂ ਕਰਨਾ ਪਊ। ਫਿਰ ਤਾਂ ਪਿਆਰ, ਮਿਠਾਸ, ਸਹਿਜ, ਗਿਆਨ। ਅਤੇ ਜੇਕਰ ਬਚਿੱਤਰ ਨਾਟਕ ਵਾਲੇ ਰੱਬ ਨੂੰ ਮਿਲਣਾ, ਫਿਰ ਸਾਨੂੰ ਰੱਜ ਕੇ ਸ਼ਰਾਬ ਪੀਣੀ, ਕੱਪੜੇ ਉਤਾਰ ਦੇਣੇ, ਝਾਂਜਰਾਂ ਬੰਨ੍ਹਣੀਆਂ, ਘੁੰਗਰੂ ਬੰਨ੍ਹਣੇ। ਫਿਰ ਸਾਨੂੰ ਬਹੁਤ ਕੁਛ ਐਸਾ ਕਰਨਾ ਪੈਣਾ। ਇਸ ਕਰਕੇ ਆਓ ਅਸੀਂ ਸਮਝੀਏ, ਵਿਚਾਰੀਏ। ਜੇਕਰ ਇਹ ਖੋਜ ਸੰਗਤਾਂ ਨੂੰ ਚੰਗੀ ਲੱਗੇ ਤਾਂ ਜ਼ਰੂਰ ਅੱਗੇ ਸਮਾਜ ਦੇ ਵਿੱਚ, ਸੰਗਤਾਂ ਦੇ ਵਿੱਚ ਵੱਧ ਤੋਂ ਵੱਧ ਅਸੀਂ ਇਹ ਸੁਨੇਹਾ ਪਹੁੰਚਾਈਏ। ਇਹਨਾਂ ਲਫ਼ਜ਼ਾਂ ਨਾਲ ਮੈਂ ਖਿਮਾ ਦਾ ਜਾਚਕ ਹਾਂ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।